ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਇੰਗਲਿਸ਼ ਲਿਟਰੇਚਰ ਬੁੱਕ ਦਾ ਲੈਸਨ 8th ਦ ਬਿਵਿਚਡ ਜੈਕਟ, ਰਿਟਨ ਬਾय ਡੀਨੋ ਬੁਜ਼ਾਤੀ। ਡੀਨੋ ਬੁਜ਼ਾਤੀ ਇੱਕ ਇਟਾਲੀਅਨ ਰਾਈਟਰ ਨੇ। ਬਿਵਿਚਡ ਜੈਕਟ ਦਾ ਮਤਲਬ ਹੁੰਦਾ ਜਾਦੂਮਈ ਜੈਕਟ। ਤਾਂ ਆਓ ਅਸੀਂ ਇਸ ਲੈਸਨ 'ਚ ਦੇਖਦੇ ਹਾਂ ਕਿ ਇਹੋ ਜਿਹੀ ਕਿਹੜੀ ਜੈਕਟ ਸੀ ਜਿਹੜੀ ਜਾਦੂਮਈ ਸੀ ਤੇ ਉਹਦੇ ਉੱਤੇ ਕਿਹੜਾ ਜਾਦੂ ਹੋਇਆ ਸੀ। ਲੈਟਸ ਸਟਾਰਟ। ਦ ਆਥਰ ਗੋਟ ਅ ਸੂਟ ਮੇਡ ਫਰੋਮ ਐਨ ਅਨਨੋਨ ਟੇਲਰ। ਲੇਖਕ ਨੂੰ ਇੱਕ ਅਣਪਛਾਤੇ ਦਰਜੀ ਵੱਲੋਂ ਸੀਤਾ ਹੋਇਆ ਸੂਟ ਮਿਲਦਾ ਹੈ। ਹੀ ਫਾਊਂਡ ਦੈਟ, ਉਸ ਨੂੰ ਪਤਾ ਲੱਗਿਆ ਦ ਜੈਕਟ ਆਫ ਦੈਟ ਸੂਟ ਹੈਡ ਮੈਜੀਕਲ ਪਾਵਰਸ, ਕਿ ਉਸ ਸੂਟ ਦੀ ਜੈਕਟ ਦੇ ਵਿੱਚ ਕੁਝ ਮੈਜੀਕਲ ਪਾਵਰਸ ਹਨ। ਇਟ ਗੇਵ ਹਿਮ ਲੋਟਸ ਆਫ ਵੈਲਥ, ਤੇ ਇਸ ਜੈਕਟ ਨੇ ਉਸ ਨੂੰ ਬਹੁਤ ਸਾਰਾ ਧਨ ਦਿੱਤਾ। ਵਾਸ ਦ ਆਥਰ ਹੈਪੀ ਵਿਦ ਦਿਸ ਅਨਐਕਸਪੈਕਟਡ ਵੈਲਥ, ਕੀ ਲੇਖਕ ਇਹੋ ਜਿਹਾ ਧਨ ਜਿਸ ਦੀ ਉਸ ਨੂੰ ਉਮੀਦ ਹੀ ਨਹੀਂ ਸੀ ਪਾ ਕੇ ਖੁਸ਼ ਸੀ? ਲੈਟਸ ਫਾਈਂਡ ਆਊਟ, ਆਓ ਪਤਾ ਕਰੀਏ। ਵਨ ਨਾਈਟ ਡਿਊਰਿੰਗ ਅ ਰਿਸੈਪਸ਼ਨ ਐਟ ਅ ਹਾਊਸ ਇਨ ਮਿਲਾਨ, ਇੱਕ ਰਾਤ ਇਟਲੀ ਦੇ ਸ਼ਹਿਰ ਮਿਲਾਨ ਦੇ ਘਰ ਦੀ ਪਾਰਟੀ ਦੇ ਦੌਰਾਨ I met a man about 40 years old who looked handsome because of his clothes, ਮੈਂ ਇੱਕ 40 ਕੁ ਸਾਲ ਦੇ ਵਿਅਕਤੀ ਨੂੰ ਮਿਲਿਆ ਜੋ ਕਿ ਆਪਣੇ ਕੱਪੜਿਆਂ ਕਰਕੇ ਸੋਹਣਾ ਲੱਗ ਰਿਹਾ ਸੀ। I don't know who he was, ਮੈਂ ਨਹੀਂ ਜਾਣਦਾ ਕਿ ਉਹ ਕੌਣ ਸੀ। I was meeting him for the first time, ਮੈਂ ਉਸ ਨੂੰ ਪਹਿਲੀ ਵਾਰ ਮਿਲ ਰਿਹਾ ਸੀ। And at the introduction, ਅਤੇ ਆਪਣੀ ਜਾਣ ਪਛਾਣ ਵਿੱਚ, as it always happens, ਕਿ ਜਿੱਦਾਂ ਕਿ ਹਰ ਵਾਰ ਇਦਾਂ ਹੁੰਦਾ, it was impossible to get his name, ਕਿ ਪਹਿਲੀ ਹੀ ਜਾਣ ਪਛਾਣ ਵਿੱਚ ਇਹ ਲਗਭਗ impossible ਹੁੰਦਾ ਹੈ ਕਿ ਉਸ ਦਾ ਨਾਮ ਪਤਾ ਚੱਲ ਜਾਵੇ। But after some time, ਪਰ ਕੁਝ ਦੇਰ ਬਾਅਦ, I found myself near him, ਉਹਦੇ ਨਾਲ ਗੱਲਾਂ ਕਰਦੇ ਕਰਦੇ ਮੈਂ ਉਸ ਨੂੰ ਆਪਣੇ ਕਾਫੀ ਨੇੜੇ ਪਾਇਆ। And we started talking, ਅਤੇ ਅਸੀਂ ਆਪਣੀਆਂ ਗੱਲਾਂ ਸ਼ੁਰੂ ਕੀਤੀਆਂ। He seemed to be a gentle person, ਉਹ ਇੱਕ ਭੱਦਰ ਪੁਰਸ਼ ਪ੍ਰਤੀਤ ਹੁੰਦਾ ਸੀ, ਇੱਕ ਵਧੀਆ ਇਨਸਾਨ ਪ੍ਰਤੀਤ ਹੁੰਦਾ ਸੀ। But with an air of sadness, ਪਰ ਉਹਦੇ ਵਿੱਚ ਉਦਾਸੀ ਦੀ ਝਲਕ ਸੀ। I complimented him for his clothes and I asked him who his tailor was, ਮੈਂ ਉਸ ਦੀ ਪ੍ਰਸ਼ੰਸਾ ਕੀਤੀ ਉਹਦੇ ਕੱਪੜਿਆਂ ਕਰਕੇ ਅਤੇ ਪੁੱਛਿਆ ਕਿ ਇਸ ਦਾ ਦਰਜੀ ਕੌਣ ਸੀ। He smiled curiously, ਉਹ ਉਤੇਜਿਤ ਹੋ ਕੇ ਮੁਸਕਰਾਇਆ। As if he knew I would ask this question, ਕਿ ਜਿੱਦਾਂ ਉਹਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਮੈਂ ਇਹ ਕੁਐਸਚਨ ਪੁੱਛਣ ਲੱਗਾ ਹਾਂ। Nearly no one knows him, ਲਗਭਗ ਉਸ ਨੂੰ ਕੋਈ ਵੀ ਨਹੀਂ ਜਾਣਦਾ। He said, ਉਸਨੇ ਕਿਹਾ। Still he is a great master, ਫਿਰ ਵੀ ਉਹ ਇੱਕ ਵਧੀਆ ਕੱਪੜੇ ਸੀਣ ਵਾਲਾ ਮਾਸਟਰ ਹੈ। ਸੋ ਲੇਖਕ ਇੱਥੇ ਹਿਚਕਿਚਾਉਂਦੇ ਹੋਏ ਪੁੱਛਣਾ ਚਾਹੁੰਦਾ ਸੀ ਕਿ ਕੀ ਮੈਂ ਉਹਦਾ ਕੰਟੈਕਟ ਲੈ ਸਕਦਾ, ਉਹਦਾ ਐਡਰੈਸ ਪਤਾ ਚੱਲ ਸਕਦਾ ਹੈ। ਸੋ ਉਹਨੇ ਸਿਰਫ ਅੱਧਾ ਸੈਂਟੈਂਸ ਹੀ ਬੋਲਿਆ, ਕੈਨ ਆਈ, ਓ ਟਰਾਈ, ਹਿਜ਼ ਨੇਮ ਇਜ਼ ਕੋਟੇਸੈਲਾ, ਅਲਫੋਂਸੋ ਕੋਟੇਸੈਲਾ, ਵਾਇਆ ਫੈਰਾਰਾ 17। ਤਾਂ ਉਸ ਜੈਂਟਲਮੈਨ ਨੇ ਕਿਹਾ ਕਿ ਹਾਂ ਜ਼ਰੂਰ ਕੋਸ਼ਿਸ਼ ਕਰੋ, ਤੁਸੀਂ ਵੀ ਟਰਾਈ ਕਰੋ। ਉਹਦਾ ਨਾਮ ਹੈ ਕੋਟੇਸੈਲਾ, ਅਲਫੋਂਸੋ ਕੋਟੇਸੈਲਾ। ਉਹ ਕਿੱਥੇ ਉਹਦੀ ਦੁਕਾਨ ਹੈ? ਵਾਇਆ ਫੈਰਾਰਾ 17 'ਚ। ਓਕੇ। ਹੀ ਵਿਲ ਬੀ ਐਕਸਪੈਂਸਿਵ ਆਈ ਇਮੈਜਿਨ, ਮੈਂ ਕਲਪਨਾ ਕੀਤੀ ਕਿ ਉਹ ਤਾਂ ਮਹਿੰਗਾ ਹੋਏਗਾ। I believe so, but I swear I don't know, ਤਾਂ ਉਹ ਜੈਂਟਲਮੈਨ ਨੇ ਕਿਹਾ, ਕਹਿੰਦਾ ਮੈਨੂੰ ਵੀ ਇੱਦਾਂ ਹੀ ਲੱਗਦਾ, ਪਰ ਕਹਿੰਦਾ ਮੈਂ ਸਹੁੰ ਖਾ ਕੇ ਕਹਿੰਦਾ ਮੈਨੂੰ ਨਹੀਂ ਪਤਾ ਕਿ ਉਹ ਮਹਿੰਗਾ ਹੈ ਕਿ ਨਹੀਂ। He made me this suit 3 years ago and still he hasn't sent me the bill, he replied, ਉਹਨੇ ਕਿਹਾ ਕਿ ਇਹ ਸੂਟ ਤਾਂ ਮੈਂ ਉਸ ਕੋਲ 3 ਸਾਲ ਪਹਿਲਾਂ ਬਣਵਾਇਆ ਸੀ ਤੇ ਉਹਨੇ ਮੈਨੂੰ ਅਜੇ ਤੱਕ ਇਸ ਸੂਟ ਦਾ ਬਿੱਲ ਨਹੀਂ ਭੇਜਿਆ। ਕੋਟੇਸੈਲਾ ਵਾਇਆ ਫੈਰਾਰਾ 17, did you say? I asked, ਤੇ ਮੈਂ ਪੁੱਛਿਆ ਕਿ ਤੂੰ ਇਹੀ ਕਿਹਾ ਨਾ, ਕੋਟੇਸੈਲਾ ਵਾਇਆ ਫੈਰਾਰਾ 17? Exactly, the stranger answered, ਤਾਂ ਉਸ ਅਣਪਛਾਤੇ ਵਿਅਕਤੀ ਨੇ ਆਨਸਰ ਕੀਤਾ, ਹਾਂ ਬਿਲਕੁਲ ਇਹੀ। And he left me to join another group of people, ਤੇ ਇੰਨਾ ਕਹਿ ਕੇ ਉਸਨੇ ਦੂਜੇ ਲੋਕਾਂ ਦਾ ਗਰੁੱਪ ਜੁਆਇਨ ਕਰਨ ਲਈ ਮੈਨੂੰ ਛੱਡ ਦਿੱਤਾ। At Via Ferrara 17, I found the house. Via Ferrara 17 ਵਿੱਚ ਮੈਨੂੰ ਉਹ ਘਰ ਮਿਲਿਆ। The tailor himself came to let me in. ਟੇਲਰ ਖੁਦ ਬਾਹਰ ਆਇਆ ਮੈਨੂੰ ਅੰਦਰ ਲੈ ਕੇ ਜਾਣ ਲਈ। He was a little old man with his hair dyed black. ਉਹ ਇੱਕ ਛੋਟਾ ਬਜ਼ੁਰਗ ਆਦਮੀ ਸੀ ਜਿਨ੍ਹਾਂ ਕੇ ਆਪਣੇ ਵਾਲ ਰੰਗੇ ਹੋਏ ਸਨ। I explained to him how I got his address. ਮੈਂ ਉਸ ਨੂੰ ਵਰਣਨ ਕੀਤਾ ਕਿ ਕਿੱਦਾਂ ਮੈਂ ਤੁਹਾਡਾ ਐਡਰੈਸ ਲਿਆ ਹੈ। Praised his cutting, ਤੇ ਉਹਦੀ ਜਿਹੜੀ ਕਟਿੰਗ ਸੀ ਯਾਨੀ ਸੂਟਾਂ ਦੀ ਕਟਿੰਗ, ਉਸ ਦੀ ਕਾਫੀ ਮੈਂ ਪ੍ਰਸ਼ੰਸਾ ਕੀਤੀ। And asked him to make me a suit,
ਅਤੇ ਮੈਂ ਉਸ ਨੂੰ ਮੇਰਾ ਸੂਟ ਬਣਾਉਣ ਲਈ ਕਿਹਾ। He selected a grey wool, then he took my measurements and offered to come to my house for the fitting. ਉਸਨੇ ਮੇਰਾ ਸੂਟ ਬਣਾਉਣ ਲਈ ਗ੍ਰੇ ਉੱਨ ਚੁਣੀ, ਫਿਰ ਉਸਨੇ ਮੇਰਾ ਮਾਪ ਲਿਆ ਤੇ ਮੈਨੂੰ ਇੱਕ ਆਫਰ ਦਿੱਤੀ ਕਿ ਜਦੋਂ ਸੂਟ ਬਣ ਗਿਆ ਤਾਂ ਮੈਂ ਤੇਰੇ ਘਰ ਇਸ ਦੀ ਫਿਟਿੰਗ ਚੈੱਕ ਕਰਾਉਣ ਆਵਾਂਗਾ। I asked him the price. ਮੈਂ ਉਸਨੂੰ ਇਸ ਦੀ ਕੀਮਤ ਬਾਰੇ ਪੁੱਛਿਆ। There was no hurry, he answered. ਉਸਨੇ ਜਵਾਬ ਦਿੱਤਾ, ਇੰਨੀ ਕਾਹਲ ਕਰਨ ਦੀ ਕੋਈ ਲੋੜ ਨਹੀਂ ਹੈ। What a nice man, I thought at first. ਮੈਂ ਪਹਿਲੀ ਵਾਰ ਚ ਸੋਚਿਆ ਯਾਰ ਕਿੰਨਾ ਵਧੀਆ ਬੰਦਾ ਹੈ। But while I was returning home, ਪਰ ਜਦੋਂ ਮੈਂ ਘਰ ਵਾਪਸ ਪਰਤ ਰਿਹਾ ਸੀ, I realized that the old man had left me feeling uneasy. ਕਿ ਮੈਨੂੰ ਮਹਿਸੂਸ ਹੋਇਆ ਕਿ ਉਸ ਬਜ਼ੁਰਗ ਵਿਅਕਤੀ ਨੇ ਮੈਨੂੰ ਬਹੁਤ ਹੀ ਬੇਚੈਨ ਕਰ ਦਿੱਤਾ। Perhaps because of his much too warm smiles. ਸ਼ਾਇਦ ਇਸ ਕਰਕੇ ਮੈਂ ਜ਼ਿਆਦਾ ਬੇਚੈਨ ਹੋ ਗਿਆ ਕਿ ਉਸ ਦੀ ਬੜੀ ਅਪਣੱਤ ਭਰੀ ਸਮਾਈਲ ਸੀ ਕਿ ਇੰਨੀ ਅਪਣੱਤ ਤੇ ਇੰਨੀ ਨਿਮਰਤਾ ਮੈਂ ਕਿਸੇ ਹੋਰ ਵਿੱਚ ਨਹੀਂ ਦੇਖੀ ਸੀ। In short, I had no wish to see him again. ਕਹਿੰਦਾ ਮੈਂ ਜੇ ਥੋੜੇ ਸ਼ਬਦਾਂ 'ਚ ਗੱਲ ਕਰਾਂ ਤਾਂ ਮੈਂ ਹੁਣ ਇਹ ਸੋਚਣ ਲੱਗਿਆ ਸੀ ਕਿ ਬਹੁਤ ਵਧੀਆ ਹੋਵੇ ਕਿ ਉਹ ਮੈਨੂੰ ਦੁਬਾਰਾ ਨਾ ਹੀ ਮਿਲੇ, ਨਾ ਹੀ ਉਹ ਮੇਰਾ ਸੂਟ ਬਣਾ ਕੇ ਲੈ ਕੇ ਆਵੇ, ਨਾ ਹੀ ਉਹ ਮੇਰੇ ਘਰ ਪਹੁੰਚੇ। But now the suit had been ordered. ਪਰ ਹੁਣ ਕੀ ਕੀਤਾ ਜਾ ਸਕਦਾ ਸੀ ਕਿਉਂਕਿ ਸੂਟ ਦਾ ਤਾਂ ਆਰਡਰ ਦਿੱਤਾ ਜਾ ਚੁੱਕਾ ਸੀ। And after 3 weeks it was ready. ਅਤੇ 3 ਹਫ਼ਤਿਆਂ ਬਾਅਦ ਉਹ ਸੂਟ ਰੈਡੀ ਹੋ ਗਿਆ ਸੀ। When they brought it to me, ਜਦੋਂ ਟੇਲਰ ਅਤੇ ਉਸਦੇ ਕੁਝ ਕਰਮਚਾਰੀ ਉਹ ਸੂਟ ਮੇਰੇ ਕੋਲ ਲੈ ਕੇ ਆਏ, I tried it. ਮੈਂ ਉਸ ਨੂੰ ਟਰਾਈ ਕੀਤਾ, the jacket, trouser and the vest. ਤੇ ਮੈਂ ਤਿੰਨੋਂ ਚੀਜ਼ਾਂ ਟਰਾਈ ਕੀਤੀਆਂ ਜਿਹਦੇ ਵਿੱਚ ਜੈਕਟ ਵੀ ਸੀ, ਟਰਾਊਜ਼ਰ ਵੀ ਸੀ ਤੇ ਵੈਸਟ ਵੀ ਸੀ। ਵੈਸਟ ਹੁੰਦੀ ਕਮੀਜ਼ ਦੇ ਉੱਤੇ ਪਾਉਣ ਵਾਲੀ ਜੈਕਟ। ਇਨ ਫਰੰਟ ਆਫ ਅ ਮਿਰਰ, ਸ਼ੀਸ਼ੇ ਦੇ ਸਾਹਮਣੇ। ਇਟ ਵਾਸ ਅ ਮਾਸਟਰਪੀਸ, ਇੱਕ ਬਹੁਤ ਵਧੀਆ ਸੀਤਾ ਹੋਇਆ ਸੂਟ ਸੀ। Yet I don't know why I didn't feel like wearing it. ਭਾਵੇਂ ਬਹੁਤ ਵਧੀਆ ਬਣਿਆ ਹੋਇਆ ਸੀ ਪਰ ਪਤਾ ਨਹੀਂ ਕਿਉਂ ਮੇਰੀ ਹਿੰਮਤ ਨਹੀਂ ਪੈ ਰਹੀ ਸੀ, ਮੈਨੂੰ ਅੱਛਾ ਨਹੀਂ ਲੱਗ ਰਿਹਾ ਸੀ ਕਿ ਮੈਂ ਇਸ ਨੂੰ ਪਹਿਨਾਂ। And weeks passed by before I decided to wear it. ਅਤੇ ਇਸ ਨੂੰ ਪਹਿਨਣ ਦਾ ਫੈਸਲਾ ਕਰਨ ਤੋਂ ਪਹਿਲਾਂ ਕਿੰਨੇ ਹੀ ਹਫ਼ਤੇ ਬੀਤ ਗਏ। That day I shall never forget. ਉਹ ਦਿਨ ਮੈਂ ਕਦੀ ਨਹੀਂ ਭੁੱਲਾਂਗਾ। It was a Tuesday in April and it was raining. ਅਪ੍ਰੈਲ ਦੇ ਮਹੀਨੇ ਮੰਗਲਵਾਰ ਵਾਲੇ ਦਿਨ ਤੇ ਬਾਰਿਸ਼ ਹੋ ਰਹੀ ਸੀ। When I wore the suit, ਜਦੋਂ ਮੈਂ ਸੂਟ ਪਹਿਨਿਆ। I was pleased because it fitted me well. ਮੈਂ ਬਹੁਤ ਖੁਸ਼ ਸੀ ਕਿਉਂਕਿ ਇਹ ਮੈਨੂੰ ਚੰਗੀ ਤਰ੍ਹਾਂ ਫਿੱਟ ਆ ਗਿਆ ਸੀ। As a rule, I don't put anything in the right jacket pocket. ਕਿ ਜਿੱਦਾਂ ਉੱਥੇ ਸਾਡੇ ਫੈਸ਼ਨ ਸੀ ਕਿ ਫੈਸ਼ਨ ਦਾ ਜਿੱਦਾਂ ਰੂਲ ਸੀ ਕਿ ਮੈਂ ਆਪਣੀ ਜੈਕਟ ਦੀ ਰਾਈਟ ਪਾਕਟ ਵਿੱਚ ਕੁਝ ਨਹੀਂ ਰੱਖਦਾ ਸੀ। In the left one, I keep my card. ਤੇ ਖੱਬੀ ਜੇਬ ਵਿੱਚ ਮੈਂ ਆਪਣਾ ਕਾਰਡ ਰੱਖਦਾ। After a few hours at the office, I just put my hand into the right pocket. ਕੁਝ ਘੰਟਿਆਂ ਬਾਅਦ ਆਫਿਸ ਦੇ ਵਿੱਚ ਮੈਂ ਆਪਣਾ ਹੱਥ ਆਪਣੀ ਸੱਜੀ ਪਾਕਟ ਵਿੱਚ ਪਾਇਆ। I noticed there was a piece of paper inside. ਤਾਂ ਮੈਂ ਦੇਖਿਆ ਕਿ ਰਾਈਟ ਪਾਕਟ ਜਿਹਦੇ 'ਚ ਮੈਂ ਕੁਝ ਰੱਖਦਾ ਹੀ ਨਹੀਂ ਸੀ ਉਹਦੇ ਵਿੱਚ ਕਾਗਜ਼ ਦੇ ਕੁਝ ਟੁਕੜੇ ਮਹਿਸੂਸ ਹੋਏ ਮੈਨੂੰ ਕਿ ਜਿੱਦਾਂ ਹੋਣ। Was it the tailor's bill? ਕੀ ਇਹ ਟੇਲਰ ਦਾ ਬਿੱਲ ਸੀ? No, it was a 10,000 lire note. ਇਹ ਤਾਂ 10,000 ਲੀਰੇ ਦੇ ਨੋਟ ਸੀ। ਲੀਰੇ ਯਾਨੀ ਰੁਪਏ, ਉਸ ਵੇਲੇ ਦੀ ਇਟਾਲੀਅਨ ਕਰੰਸੀ ਦਾ ਨਾਮ ਲੀਰੇ। I was astonished. ਮੈਂ ਬਹੁਤ ਹੈਰਾਨ ਹੋ ਗਿਆ ਸੀ। I certainly had not put it there. ਕਿ ਮੈਨੂੰ ਪਤਾ ਸੀ ਮੈਂ ਤਾਂ ਬਿਲਕੁਲ ਵੀ ਆਪਣੀ ਜੇਬ ਵਿੱਚ 10,000 ਲੀਰੇ ਨਹੀਂ ਰੱਖੇ ਸੀ। I looked at the note carefully. ਮੈਂ ਉਹਨਾਂ ਨੋਟਾਂ ਨੂੰ ਚੰਗੀ ਤਰ੍ਹਾਂ ਦੇਖਿਆ। Was it a counterfeit note? ਕੀ ਇਹ ਨਕਲੀ ਨੋਟ ਹੈ? I looked at it in the light. ਮੈਂ ਇਸ ਨੂੰ ਲਾਈਟ ਵਿੱਚ ਜਾ ਕੇ ਦੇਖਿਆ। I compared it with the other ones. ਮੈਂ ਇਸ ਨੂੰ ਦੂਜੇ ਅਸਲੀ ਨੋਟਾਂ ਦੇ ਨਾਲ ਮਿਲਾ ਕੇ ਦੇਖਿਆ। There was no difference. ਦੋਨਾਂ ਵਿੱਚ ਕੋਈ ਫਰਕ ਨਹੀਂ ਸੀ। I thought it must be Cotesalas. ਮੈਂ ਸੋਚਿਆ ਇਹ ਜ਼ਰੂਰ ਹੀ ਕੋਟੇਸੈਲਾ ਦੇ ਨੋਟ ਹੋਣਗੇ ਉਸ ਦਰਜੀ ਦੇ। Perhaps a customer had come to make a payment. ਕਿ ਸ਼ਾਇਦ ਕੋਈ ਕਸਟਮਰ ਆਇਆ ਹੋਵੇ ਪੇਮੈਂਟ ਦੇਣ ਲਈ।
ਦ ਟੇਲਰ ਡਿਡ ਨੋਟ ਹੈਵ ਹਿਜ਼ ਵਾਲਟ ਵਿਦ ਹਿਮ ਜਸਟ ਦੈਨ, ਤੇ ਹੋ ਸਕਦਾ ਹੈ ਦਰਜੀ ਦੇ ਕੋਲ ਉਸ ਸਮੇਂ ਉਸਦਾ ਪਰਸ ਨਾ ਹੋਵੇ, ਸੋ ਹੀ ਸਲਿਪਡ ਦ ਮਨੀ ਇਨਟੂ ਮਾਈ ਜੈਕਟ ਵਿਚ ਮਾਈਟ ਬੀ ਹੈਂਗਿੰਗ ਨੀਅਰ ਬਾਏ, ਤੇ ਹੋ ਸਕਦਾ ਹੈ ਮੇਰੀ ਜੈਕਟ ਨੇੜੇ ਤੇੜੇ ਟੰਗੀ ਪਈ ਹੋਵੇ ਤੇ ਉਸ ਨੇ ਉਹ ਲਏ ਹੋਏ ਪੈਸੇ ਮੇਰੀ ਜੈਕਟ ਦੀ ਪਾਕਟ ਵਿੱਚ ਰੱਖ ਦਿੱਤੇ ਹੋਣ। ਥੀਸ ਥਿੰਗਸ ਹੈਪਨ, ਇਹੋ ਜਿਹੀਆਂ ਚੀਜ਼ਾਂ ਵਾਪਰਦੀਆਂ ਹਨ। ਆਈ ਰੈਂਗ ਅਪ ਮਾਈ ਸੈਕਟਰੀ, ਮੈਂ ਆਪਣੀ ਸੈਕਟਰੀ ਨੂੰ ਬੁਲਾਇਆ। ਆਈ ਵਾਂਟਡ ਟੂ ਰਾਈਟ ਅ ਲੈਟਰ ਟੂ ਕੋਟੇਸੈਲਾ, ਕਿਉਂਕਿ ਮੈਂ ਕੋਟੇਸੈਲਾ ਨੂੰ ਇੱਕ ਲੈਟਰ ਲਿਖਣਾ ਚਾਹੁੰਦਾ ਸੀ, ਟੂ ਰਿਟਰਨ ਦ ਮਨੀ ਦੈਟ ਵਾਸ ਨੋਟ ਮਾਈਨ, ਉਹ ਪੈਸਾ ਵਾਪਸ ਮੋੜਨ ਲਈ ਜਿਹੜਾ ਕਿ ਮੇਰਾ ਨਹੀਂ ਸੀ। ਯੈਟ ਐਂਡ ਆਈ ਕਾਂਟ ਸੇ ਵਾਈ ਆਈ ਡਿਡ ਇਟ, ਆਈ ਸਲਿਪਡ ਮਾਈ ਹੈਂਡ ਇਨਟੂ ਦ ਪਾਕਟ ਅਗੇਨ, ਕਹਿੰਦੇ ਮੈਂ ਫਿਰ ਦੁਬਾਰਾ, ਹਾਲਾਂਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਇਦਾਂ ਕਿਉਂ ਕੀਤਾ, ਪਰ ਮੈਂ ਫਿਰ ਦੁਬਾਰਾ ਆਪਣਾ ਹੱਥ ਆਪਣੀ ਪਾਕਟ ਦੇ ਵਿੱਚ ਵਾੜਿਆ। ਇਜ਼ ਦੇयर ਐਨੀਥਿੰਗ ਰੋਂਗ ਸਰ, ਡੂ ਯੂ ਫੀਲ ਇਲ? ਤਾਂ ਉਸ ਸਮੇਂ ਸੈਕਟਰੀ ਆ ਗਈ ਤੇ ਮੇਰੇ ਕੋਲ ਪੁੱਛਦੀ ਕਿ ਸਰ ਕੀ ਹੋਇਆ, ਕੀ ਤੁਸੀਂ ਬਿਮਾਰ ਹੋ? asked my secretary, ਮੇਰੀ ਸੈਕਟਰੀ ਨੇ ਮੇਰੇ ਕੋਲ ਪੁੱਛਿਆ। I might have turned pale as death, ਤਾਂ ਮੈਂ ਇੱਕ ਮਰੇ ਹੋਏ ਵਿਅਕਤੀ ਵਾਂਗ ਪੀਲਾ ਪੈ ਗਿਆ। In my pocket my fingers touched another piece of paper, ਦੁਬਾਰਾ ਜੈਕਟ ਦੀ ਪਾਕਟ ਵਿੱਚ ਹੱਥ ਪਾਉਣ ਤੇ ਮੇਰੀਆਂ ਫਿੰਗਰਸ ਨੇ ਫੇਰ ਹੋਰ ਕਾਗਜ਼ ਦੇ ਟੁਕੜਿਆਂ ਨੂੰ ਛੂਇਆ, which had not been there a few minutes before, ਜਿਹੜੇ ਕਿ ਕੁਝ ਮਿੰਟ ਪਹਿਲਾਂ ਉੱਥੇ ਨਹੀਂ ਸਨ। No, it's nothing, I said with a little dizziness, ਤਾਂ ਲੇਖਕ ਨੇ ਆਪਣੀ ਸੈਕਟਰੀ ਨੂੰ ਊਂਘਦੇ ਹੋਏ ਕਿਹਾ। ਡਿਜ਼ੀਨੈਸ ਹੁੰਦਾ ਊਂਘਣਾ ਨੀਂਦਰੇ ਵਿੱਚ, ਠੀਕ ਹੈ, ਉਬਾਸੀਆਂ ਲੈ ਕੇ ਕਹਿਣਾ। ਕਹਿੰਦਾ ਮੈਂ ਆਪਣੀ ਸੈਕਟਰੀ ਨੂੰ ਊਂਘਦੇ ਹੋਏ ਕਿਹਾ ਨਹੀਂ ਕੁਝ ਨਹੀਂ, ਇਟ ਹੈਪਨਸ ਟੂ ਮੀ ਸਮਟਾਈਮਸ, ਮੇਰੇ ਨਾਲ ਕਦੀ ਕਦੀ ਹੋ ਜਾਂਦਾ। ਮੇ ਬੀ ਆਈ ਐਮ ਅ ਲਿਟਲ ਟਾਇਰਡ, ਮੇਰੇ ਖਿਆਲ 'ਚ ਮੈਂ ਥੋੜਾ ਥੱਕ ਗਿਆ ਹਾਂ। ਯੂ ਕੈਨ ਗੋ ਨਾਓ ਡੀਅਰ, ਕਿ ਤੂੰ ਹੁਣ ਜਾ ਸਕਦੀ ਹੈ। ਆਈ ਵਾਂਟਡ ਟੂ ਡਿਕਟੇਟ ਅ ਲੈਟਰ, ਮੈਂ ਇੱਕ ਚਿੱਠੀ ਲਿਖਵਾਉਣਾ ਚਾਹੁੰਦਾ ਸੀ, ਬਟ ਵੀਲ ਡੂ ਇਟ ਲੇਟਰ, ਪਰ ਅਸੀਂ ਇਹ ਬਾਅਦ ਚੋਂ ਕਰ ਲਾਂਗੇ। ਓਨਲੀ ਆਫਟਰ ਮਾਈ ਸੈਕਟਰੀ ਲੈਫਟ, ਜਦੋਂ ਹੀ ਮੇਰੀ ਸੈਕਟਰੀ ਉੱਥੋਂ ਗਈ, ਆਈ ਟੁੱਕ ਆਊਟ ਅ ਪੀਸ ਆਫ ਪੇਪਰ ਫਰੋਮ ਮਾਈ ਪਾਕਟ, ਤਾਂ ਮੈਂ ਆਪਣੀ ਜੇਬ ਦੇ ਵਿੱਚੋਂ ਉਹ ਪੀਸ ਆਫ ਪੇਪਰ ਕੱਢੇ। ਇਟ ਵਾਜ਼ ਅਨਦਰ 10,000 ਲੀਰੇ ਨੋਟ, ਤਾਂ ਇਹ ਹੋਰ 10,000 ਲੀਰੇ ਦੇ ਨੋਟ ਸੀ। ਦੈਨ ਆਈ ਟਰਾਈਡ ਦ ਥਰਡ ਟਾਈਮ, ਫਿਰ ਮੈਂ ਤੀਜੀ ਵਾਰ ਕੋਸ਼ਿਸ਼ ਕੀਤੀ, ਐਂਡ ਅ ਥਰਡ ਬੈਂਕ ਨੋਟ ਕੇਮ ਆਊਟ, ਤਾਂ ਤੀਜੀ ਵਾਰ ਫਿਰ ਬੈਂਕ ਨੋਟ ਉਹਨਾਂ ਵਿੱਚੋਂ ਨਿਕਲ ਕੇ ਆ ਗਏ। ਮਾਈ ਹਾਰਟ ਬਿਗਨ ਟੂ ਰੇਸ, ਮੇਰਾ ਦਿਲ ਤੇਜ਼ ਗਤੀ ਨਾਲ ਭੱਜਣ ਲੱਗ ਗਿਆ। ਇਟ ਵਾਜ਼ ਸਮਥਿੰਗ ਮਿਸਟੀਰੀਅਸ, ਇਹ ਬਹੁਤ ਰਹੱਸ ਭਰਿਆ ਸੀ ਜਿਹਦੀ ਮੈਨੂੰ ਸਮਝ ਨਹੀਂ ਆ ਰਹੀ ਸੀ। ਜਸਟ ਲਾਈਕ ਅ ਫੇਅਰੀ ਟੇਲ, ਡਿਫਿਕਲਟ ਟੂ ਬਿਲੀਵ, ਇਹ ਤਾਂ ਜਿੱਦਾਂ ਪਰੀਆਂ ਦੀਆਂ ਕਹਾਣੀਆਂ ਹੁੰਦੀਆਂ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਔਖਾ ਹੁੰਦਾ, ਇਹ ਤਾਂ ਉਸ ਤਰ੍ਹਾਂ ਦਾ ਚਮਤਕਾਰ ਸੀ। ਆਈ ਲੈਫਟ ਦ ਆਫਿਸ ਐਂਡ ਵੈਂਟ ਹੋਮ, ਮੈਂ ਆਫਿਸ ਨੂੰ ਛੱਡਿਆ ਅਤੇ ਘਰ ਪਹੁੰਚਿਆ। ਆਈ ਵਾਂਟਡ ਟੂ ਬੀ ਅਲੋਨ, ਮੈਂ ਇਕੱਲਾ ਰਹਿਣਾ ਚਾਹੁੰਦਾ ਸੀ। ਲੱਕੀਲੀ ਮਾਈ ਮੇਡ ਹੈਡ ਆਲਰੇਡੀ ਗੋਨ, ਤਾਂ ਮੇਰੀ ਕਿਸਮਤ ਚੰਗੀ ਸੀ ਕਿ ਮੇਰੇ ਘਰ ਕੰਮ ਕਰਨ ਵਾਲੀ ਮੇਡ ਪਹਿਲਾਂ ਤੋਂ ਹੀ ਜਾ ਚੁੱਕੀ ਸੀ। ਆਈ ਸ਼ਟ ਦ ਡੋਰਸ ਐਂਡ ਲੋਅਰਡ ਦ ਬਲਾਈਂਡਸ, ਬਲਾਈਂਡਸ ਹੁੰਦੇ ਨੇ ਜਿਹੜੇ ਖਿੜਕੀਆਂ ਦੇ ਉੱਤੇ ਪਰਦੇ ਲੱਗੇ ਹੁੰਦੇ ਨੇ ਜਿਨ੍ਹਾਂ ਨੂੰ ਘੁਮਾਉਣ ਦੇ ਨਾਲ ਬੰਦ ਕੀਤਾ ਜਾਂਦਾ ਤੇ ਘੁਮਾ ਕੇ ਉਹਨਾਂ ਨੂੰ ਖੋਲ ਦਿੱਤਾ ਜਾਂਦਾ, ਪਲਾਸਟਿਕ ਦੇ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਬਲਾਈਂਡਸ। ਕਹਿੰਦੇ ਮੈਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਖਿੜਕੀਆਂ ਤੇ ਲੱਗੇ ਹੋਏ ਬਲਾਈਂਡਸ ਵੀ ਜਿਹੜੇ ਆ ਲੋ ਕਰ ਦਿੱਤੇ, ਯਾਨੀ ਨੀਚੇ ਕਰ ਦਿੱਤੇ, ਤਾਂ ਕਿ ਬਾਹਰ ਦਾ ਪ੍ਰਕਾਸ਼ ਅੰਦਰ ਨਾ ਆ ਸਕੇ। ਆਈ ਬਿਗਨ ਟੂ ਟੇਕ ਆਊਟ ਦ ਨੋਟਸ ਵਨ ਆਫਟਰ ਐਨ ਅਦਰ ਵੈਰੀ ਕੁਇਕਲੀ, ਤੇ ਫਿਰ ਮੈਂ ਛੇਤੀ ਆਪਣੀ ਜੈਕਟ ਵਿੱਚੋਂ ਇੱਕ ਤੋਂ ਬਾਅਦ ਇੱਕ ਉਹ ਨੋਟ ਕੱਢਣੇ ਸ਼ੁਰੂ ਕੀਤੇ। ਮਾਈ ਪਾਕਟ ਵਾਜ਼ ਨੈਵਰ ਐਮਪਟੀ, ਮੇਰੀ ਪਾਕਟ ਮੈਨੂੰ ਕਦੀ ਵੀ ਖਾਲੀ ਨਹੀਂ ਮਿਲਦੀ ਸੀ। ਆਈ ਡਿਡ ਇਟ ਅਗੇਨ ਐਂਡ ਅਗੇਨ ਵਿਦ ਅ ਫੀਅਰ ਦੈਟ ਦ ਮਿਰੈਕਲ ਮੇ ਐਂਡ ਐਨੀ ਟਾਈਮ, ਮੈਂ ਇਹ ਬਾਰ-ਬਾਰ ਕਰਦਾ ਰਿਹਾ ਇਸ ਡਰ ਨਾਲ ਕਿ ਇਹ ਜਾਦੂ ਕਿਸੇ ਟਾਈਮ ਵੀ ਖਤਮ ਹੋ ਸਕਦਾ ਸੀ। ਆਈ ਵਾਂਟਡ ਟੂ ਕੰਟੀਨਿਊ ਡੇ ਐਂਡ ਨਾਈਟ, ਮੈਂ ਦਿਨ ਰਾਤ ਲਗਾਤਾਰ ਇਸ ਨੂੰ ਜਾਰੀ ਰੱਖਣਾ ਚਾਹੁੰਦਾ ਸੀ। ਅੰਟਿਲ ਆਈ ਹੈਡ ਬਿਲੀਅਨਸ, ਜਦ ਤੱਕ ਕਿ ਮੇਰੇ ਕੋਲ ਅਰਬਾਂ ਰੁਪਏ ਨਾ ਹੋ ਜਾਣ। ਬਟ ਐਟ ਅ ਸਰਟਨ ਪੁਆਇੰਟ ਦ ਫਲੋ ਡਿਮਿਨਿਸ਼ਡ, ਪਰ ਇੱਕ ਪੁਆਇੰਟ ਤੇ ਆ ਕੇ ਇਹ ਜਿਹੜਾ ਫਲੋ ਸੀ, ਇਹ ਜਿਹੜਾ ਵੇਗ ਸੀ, ਨੋਟਾਂ ਦਾ ਆਉਣ ਵਾਲਾ ਵਹਾਅ ਸੀ, ਉਹ ਡਿਮਿਨਿਸ਼ਡ ਹੋ ਗਿਆ, ਖਤਮ ਹੋ ਗਿਆ। There was a heap of notes before me,
ਤਾਂ ਮੇਰੇ ਸਾਹਮਣੇ ਨੋਟਾਂ ਦਾ ਢੇਰ ਸੀ। ਹੀਪ ਹੁੰਦਾ ਢੇਰ। ਤਾਂ ਇੰਪੋਰਟੈਂਟ ਥਿੰਗ ਵਾਸ ਟੂ ਹਾਈਡ them। ਹੁਣ ਮੇਰੇ ਵਾਸਤੇ ਸਭ ਤੋਂ ਮਹੱਤਵਪੂਰਨ ਗੱਲ ਸੀ ਇਹਨਾਂ ਸਾਰਿਆਂ ਨੂੰ ਲੁਕਾਉਣਾ। ਸੋ no one might get wind of it, ਤਾਂ ਕਿ ਕਿਸੇ ਨੂੰ ਵੀ ਇਸ ਦੀ ਹਵਾ ਤੱਕ ਨਾ ਲੱਗ ਸਕੇ। I emptied an old trunk full of rugs and put the money arranged in many piles। ਹੁਣ ਦੇਖੋ ਪਹਿਲਾਂ ਆਇਆ ਹੀਪ ਤੇ ਦੂਜਾ ਆਇਆ ਪਾਇਲਸ। ਠੀਕ ਹੈ, ਹੀਪ ਦਾ ਮਤਲਬ ਹੁੰਦਾ ਢੇਰ ਤੇ ਪਾਇਲਸ ਦਾ ਮਤਲਬ ਵੀ ਢੇਰ। ਠੀਕ ਹੈ, ਹੀਪ ਦਾ ਮਤਲਬ ਉਹੋ ਜਿਹਾ ਢੇਰ ਜਿਹੜਾ ਕਿਸੇ ਤਰਤੀਬ ਵਿੱਚ ਨਾ ਪਿਆ ਹੋਵੇ, ਜਿੱਦਾਂ ਕੂੜੇ ਦਾ ਢੇਰ ਹੋ ਗਿਆ ਜਾਂ ਕਾਗਜ਼ਾਂ ਦਾ ਢੇਰ ਹੋ ਗਿਆ। ਠੀਕ ਹੈ, ਤੇ ਪਾਇਲਸ ਢੇਰ ਕਿਹੜਾ ਹੁੰਦਾ ਜਦੋਂ ਅਸੀਂ ਇੱਕ ਦੇ ਉੱਪਰ ਇੱਕ ਤੈਅ ਕਰਕੇ ਕੋਈ ਚੀਜ਼ ਰੱਖਦੇ ਹਾਂ ਤੇ ਉਹ ਜਿਹੜਾ ਢੇਰ ਬਣਦਾ ਹੈ ਉਹਨੂੰ ਆਪਾਂ ਕਹਿੰਦੇ ਹਾਂ ਪਾਇਲਸ। ਠੀਕ ਹੈ, ਸੋ ਕਹਿੰਦਾ ਮੈਂ ਇੱਕ 올ਡ ਟਰੰਕ ਖਾਲੀ ਕੀਤਾ ਫੁੱਲ ਆਫ ਰਗਸ, ਜਿਹੜਾ ਕਿ ਕਬਾੜ ਦੇ ਨਾਲ ਭਰਿਆ ਪਿਆ ਸੀ ਤੇ ਮੈਂ ਉਹਦੇ ਵਿੱਚ ਸਾਰਾ ਪੈਸਾ ਪਾਤਾ। arranged in many piles, ਕਈ ਢੇਰੀਆਂ ਵਿੱਚ ਅਰੇਂਜ ਕਰਕੇ। at the bottom, ਉਸ ਟਰੰਕ ਦੇ ਤਲ ਤੇ। then I slowly began counting, ਫਿਰ ਮੈਂ ਹੌਲੀ ਹੌਲੀ ਇਸ ਨੂੰ ਗਿਣਨਾ ਸ਼ੁਰੂ ਕੀਤਾ। there were 58 million lire, ਤਾਂ ਇਹ 58 ਮਿਲੀਅਨ ਲੀਰੇ ਸਨ। I woke up the next morning after the maid arrived, ਘਰ ਵਿੱਚ ਕੰਮ ਕਰਨ ਵਾਲੀ ਮੇਡ ਦੇ ਆਉਣ ਤੋਂ ਬਾਅਦ ਮੈਂ ਵੀ ਉੱਠ ਗਿਆ। she was amazed to see me in bed wearing a suit, ਉਹ ਮੈਨੂੰ ਸੂਟ ਪਾ ਕੇ ਬੈੱਡ ਵਿੱਚ ਸੁੱਤੇ ਦੇਖ ਕੇ ਬਹੁਤ ਹੈਰਾਨ ਹੋਈ। I tried to laugh, explaining that I had drunk a little too much the night before, ਮੈਂ ਵੀ ਝੂਠਾ ਹਾਸਾ ਹੱਸਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਵਰਣਨ ਕੀਤਾ ਕਿ ਮੈਂ ਕੱਲ ਰਾਤ ਥੋੜੀ ਜ਼ਿਆਦਾ ਪੀ ਲਈ ਸੀ ਤੇ ਇਸ ਕਰਕੇ ਮੈਂ ਇਦਾਂ ਹੀ ਆ ਕੇ ਸੌਂ ਗਿਆ। The maid asked me to take off the suit, ਤਾਂ ਉਸ ਮੇਡ ਨੇ ਮੈਨੂੰ ਉਹ ਸੂਟ ਲਾਉਣ ਲਈ ਕਿਹਾ so that at least she could give it a brushing, ਤਾਂ ਕਿ ਘੱਟੋ ਘੱਟ ਉਹ ਇਸ ਨੂੰ ਬ੍ਰਸ਼ ਦੇ ਨਾਲ ਇਸ ਦੀ ਜੋ ਬੁਰ ਲੱਗ ਜਾਂਦੀ ਹੈ ਸੌਣ ਤੇ ਉਹ ਇਸ ਨੂੰ ਸਾਫ਼ ਕਰ ਸਕੇ। I answered that I had to go out immediately and didn't have time to change, ਮੈਂ ਉਸ ਨੂੰ ਕਿਹਾ ਕਿ ਮੈਂ ਹੁਣੇ ਹੀ ਬਾਹਰ ਜਾਣਾ ਤੇ ਮੇਰੇ ਕੋਲ ਹੁਣ ਇਹਨੂੰ ਚੇਂਜ ਕਰਨ ਦਾ ਟਾਈਮ ਨਹੀਂ ਹੈ। then hurriedly, ਤੇ ਫਿਰ ਕਾਲੀ ਨਾਲ I went to a store selling ready to wear clothes to buy another suit of the same kind, ਤੇ ਇਸ ਤੋਂ ਬਾਅਦ ਫਿਰ ਮੈਂ ਇੱਕ ਸਟੋਰ ਤੇ ਗਿਆ ਜੋ ਕਿ ਰੈਡੀਮੇਡ ਕੱਪੜਿਆਂ ਦੀ ਇੱਕ ਦੁਕਾਨ ਸੀ। ਉੱਥੋਂ ਮੈਂ ਬਿਲਕੁਲ ਇਸੇ ਸੂਟ ਦੇ ਨਾਲ ਦਾ ਦੂਜਾ ਸੂਟ ਖਰੀਦਿਆ। I would leave this one in the maid's care, ਮੈਂ ਇਹ ਵਾਲਾ ਸੂਟ ਮੇਡ ਦੀ ਕੇਅਰ ਵਿੱਚ ਛੱਡ ਸਕਦਾ ਹਾਂ। mine I would hide in a safe place, ਤੇ ਜਿਹੜਾ ਮੇਰਾ origignal ਹੈ ਉਹ ਮੈਂ ਕਿਸੇ ਸੇਫ ਪਲੇਸ ਤੇ ਹਾਈਡ ਕਰ ਦਾਂਗਾ, ਲੁਕੋ ਦਾਂਗਾ। ਸੋ ਉਹ ਨਹੀਂ ਚਾਹੁੰਦਾ ਸੀ ਕਿ ਉਹਦੀ ਮੇਡ ਜਿਹੜੀ ਹੈ ਉਹਦੇ ਤੇ ਸ਼ੱਕ ਕਰੇ ਕਿ ਇਹ ਸੂਟ ਮੇਰੇ ਤੋਂ ਕਿਉਂ ਲੁਕੋ ਰਿਹਾ। ਉਦੋਂ ਵੀ ਨਹੀਂ ਇਹਨੇ ਮੈਨੂੰ ਦਿੱਤਾ ਸਾਫ਼ ਕਰਨ ਨੂੰ ਤੇ ਉਸ ਤੋਂ ਬਾਅਦ ਜਦੋਂ ਵੀ ਮੈਂ ਇਹਨੂੰ ਸਾਫ਼ ਕਰਨ ਲੱਗਦੀਆਂ ਤੇ ਇਹ ਲੁਕੋ ਲੈਂਦਾ। ਸੋ ਉਹ ਇਹ ਨਹੀਂ ਚਾਹੁੰਦਾ ਸੀ ਕਿ ਇਹੋ ਜਿਹਾ ਕੋਈ ਸ਼ੱਕ ਵਧੇ। ਉਹਨੇ ਉਹੋ ਜਿਹਾ ਇੱਕ ਸੂਟ ਖਰੀਦ ਕੇ ਮੇਡ ਨੂੰ ਦੇਤਾ ਤਾਂ ਕਿ ਉਹ ਉਹਦੀ ਕੇਅਰ ਵਿੱਚ ਹੋਵੇ ਤਾਂ ਮੇਡ ਨੂੰ ਕੋਈ ਸ਼ੱਕ ਵੀ ਨਾ ਪਵੇ। I did not know whether I was living in a dream, ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿਸੇ ਖਾਬ ਵਿੱਚ ਰਹਿ ਰਿਹਾ ਸੀ। On the street I was continually feeling my pocket through my raincoat, ਤੇ ਗਲੀ ਵਿੱਚ ਮੈਨੂੰ ਹਮੇਸ਼ਾ ਆਪਣੇ ਰੇਨਕੋਟ ਦੇ ਥੱਲੇ ਆਪਣੇ ਸੂਟ ਦੀ ਪਾਕਟ ਦੇ ਵਿੱਚ ਕੁਝ ਨਾ ਕੁਝ ਪਿਆ ਫੀਲ ਹੁੰਦਾ ਰਹਿੰਦਾ। each time I breathed a sigh of relief, ਹਰ ਵੇਲੇ ਮੈਂ ਇੱਕ ਸੁੱਖ ਦਾ ਸਾਹ ਲੈਂਦਾ ਸੀ। I could feel the paper money, ਕਿਉਂਕਿ ਮੈਂ ਉਸ ਪੇਪਰ ਮਨੀ ਨੂੰ ਫੀਲ ਕਰ ਸਕਦਾ ਸੀ ਕਿਉਂਕਿ ਉਹ ਮੇਰੇ ਪਾਕਟ ਵਿੱਚ ਬਾਰ-ਬਾਰ ਆ ਰਹੀ ਸੀ। but an incident dampened my joy, ਪਰ ਇੱਕ ਘਟਨਾ ਨੇ ਮੇਰੀ ਖੁਸ਼ੀ ਨੂੰ ਘਟਾ ਦਿੱਤਾ। there was news of a bank robbery in the morning papers, ਤਸਵੀਰ ਦੀਆਂ ਅਖਬਾਰਾਂ ਵਿੱਚ ਬੈਂਕ ਡਾਕੇ ਦੀ ਇੱਕ ਖਬਰ ਸੀ ਕਿ ਬੈਂਕ ਵਿੱਚ ਡਾਕਾ ਪਿਆ ਹੈ, ਬੈਂਕ ਰੋਬਰੀ। a bank's armored car was carrying money to the main office when it was stopped and cleaned out in Valle Palmanova by 4 criminals, ਕਿ ਇੱਕ ਬੈਂਕ ਦੀ ਬਖਤਰਬੰਦ ਕਾਰ ਜੋ ਕਿ ਨੋਟਾਂ ਨੂੰ ਲੈ ਕੇ ਜਾ ਰਹੀ ਸੀ ਤਾਂ ਵਾਇਲੇ ਪੈਲਮਨੋਵਾ ਵਿਖੇ ਇਸ ਨੂੰ ਰੋਕਿਆ ਗਿਆ ਤੇ ਇਸ ਨੂੰ ਸਾਫ਼ ਕਰ ਦਿੱਤਾ ਗਿਆ, ਯਾਨੀ ਸਾਰੇ ਪੈਸੇ ਕੱਢ ਲਏ ਗਏ 4 ਕ੍ਰਿਮੀਨਲਸ ਦੁਆਰਾ, 4 ਮੁਲਜ਼ਮਾਂ ਦੁਆਰਾ। as people gathered around the scene, ਤੇ ਜਦੋਂ ਲੋਕ ਉੱਥੇ ਇਕੱਠੇ ਹੋਏ, one of the criminals began to shoot and a man was killed, ਤਾਂ ਉਹਨਾਂ 4 ਕ੍ਰਿਮੀਨਲਸ ਦੇ ਵਿੱਚੋਂ ਇੱਕ ਨੇ ਸ਼ੂਟ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਨਾਲ ਇੱਕ ਵਿਅਕਤੀ ਮਾਰਿਆ ਗਿਆ। but above all the amount of the loot struck
it was 58 million lire। ਪਰ ਕਹਿੰਦਾ ਇਹਨਾਂ ਸਾਰੀਆਂ ਖਬਰਾਂ ਨਾਲੋਂ ਜ਼ਿਆਦਾ ਜੋ ਅਮਾਉਂਟ ਲੁੱਟੀ ਗਈ ਸੀ, ਜੋ ਧਨ ਲੁੱਟਿਆ ਗਿਆ ਸੀ, ਉਹ ਮੈਨੂੰ ਸਟ੍ਰਾਈਕ ਕੀਤਾ। ਉਹ ਗੱਲ ਮੇਰੇ ਦਿਮਾਗ ਵਿੱਚ ਆ ਕੇ ਵੱਜੀ ਕਿ ਉਹ ਅਮਾਉਂਟ ਸੀ 58 ਮਿਲੀਅਨ ਲੀਰੇ। ਠੀਕ ਹੈ, ਇਹ ਦੇਖੋ ਹੁਣ ਉਹੀ ਅਮਾਉਂਟ ਹੋ ਗਈ ਜੋ ਅਮਾਉਂਟ ਉਸ ਦੀ ਪਾਕਟ ਵਿੱਚੋਂ ਨਿਕਲੀ ਸੀ, 58 ਮਿਲੀਅਨ। ਓਕੇ, ਤੇ ਓਨੀ ਹੀ ਉਸ ਦਿਨ ਲੁੱਟੀ ਗਈ ਸੀ ਤੇ ਇੱਕ ਵਿਅਕਤੀ ਵੀ ਮਾਰਿਆ ਗਿਆ ਸੀ। ਠੀਕ, ਤੇ ਹੁਣ ਦੇਖੋ ਉਸ ਤੋਂ ਬਾਅਦ ਉਹ ਕਿਸ ਤਰ੍ਹਾਂ ਸੋਚਦਾ ਹੈ। Was there a connection between my sudden wealth and the theft that had happened almost at the same time? ਕਿ ਮੈਨੂੰ ਮਿਲੇ ਅਚਾਨਕ ਇਸ ਧਨ ਅਤੇ ਸੇਮ ਟਾਈਮ ਜੋ ਕੱਲ ਉੱਥੇ ਵਾਪਰਿਆ ਜਿਹਦੇ ਵਿੱਚ ਬੈਂਕ ਰੋਬਰੀ ਹੋਈ ਤੇ ਇੱਕ ਬੰਦਾ ਮਰ ਗਿਆ, ਇਹਨਾਂ ਦੋਨਾਂ ਗੱਲਾਂ ਵਿੱਚ ਕੋਈ ਆਪਸ ਵਿੱਚ ਕਨੈਕਸ਼ਨ ਹੈ? Is it foolish to think so? ਕਿ ਅਜਿਹਾ ਸੋਚਣਾ ਮੂਰਖਤਾ ਹੈ? What's more, ਇਸ ਤੋਂ ਵੀ ਜ਼ਿਆਦਾ I'm not superstitious, ਮੈਂ ਵਹਿਮੀ ਨਹੀਂ ਸੀ, but the incident left me a little confused, ਪਰ ਇਸ ਘਟਨਾ ਨੇ ਮੈਨੂੰ ਕੁਝ ਕਨਫਿਊਜ਼ ਕਰ ਦਿੱਤਾ। The more you get, the more you want, ਜਿੰਨਾ ਤੁਹਾਨੂੰ ਜ਼ਿਆਦਾ ਮਿਲੇ ਓਨੀ ਹੀ ਜ਼ਿਆਦਾ ਦੀ ਆਸ ਤੁਸੀਂ ਹੋਰ ਕਰਨ ਲੱਗ ਜਾਂਦੇ ਹੋ। I was already rich, ਮੈਂ ਪਹਿਲਾਂ ਤੋਂ ਹੀ ਅਮੀਰ ਸੀ, but I wanted to get richer, ਪਰ ਮੈਂ ਹੋਰ ਅਮੀਰ ਹੋਣਾ ਚਾਹੁੰਦਾ ਸੀ। And the same evening I set to work again, ਉਸੇ ਹੀ ਸ਼ਾਮ ਮੈਂ ਦੁਬਾਰਾ ਆਪਣੇ ਕੰਮ ਤੇ ਲੱਗ ਗਿਆ। ਕਿਹੜੇ ਕੰਮ ਤੇ ਲੱਗ ਗਿਆ? ਆਪਣੀ ਜੈਕਟ ਵਿੱਚੋਂ ਪੈਸੇ ਕੱਢਣ ਦੇ ਕੰਮ ਤੇ। This time it was 135 million, ਇਸ ਵਾਰੇ 135 ਮਿਲੀਅਨ ਨੋਟ ਸਨ। 1 ਮਿਲੀਅਨ ਦਾ ਮਤਲਬ ਹੁੰਦਾ 10 ਲੱਖ। ਠੀਕ ਹੈ, 10 ਲੱਖ ਕਿਸੇ ਨੂੰ 135 ਵਾਰ ਮਿਲ ਜਾਣੇ, ਉਹਨੂੰ ਕਹਿੰਦੇ ਨੇ 135 ਮਿਲੀਅਨ। That night I could not close my eyes, ਉਸ ਰਾਤ ਮੈਂ ਆਪਣੀ ਅੱਖਾਂ ਬੰਦ ਹੀ ਨਹੀਂ ਕਰ ਸਕਿਆ, ਭਾਵ ਸੋ ਹੀ ਨਹੀਂ ਸਕਿਆ। I was confused, ਮੈਂ ਬਹੁਤ ਕਨਫਿਊਜ਼ ਹੋ ਗਿਆ ਸੀ। At dawn, ਸਵੇਰ ਵੇਲੇ I leaped from the bed, ਮੈਂ ਆਪਣੇ ਬੈੱਡ ਵਿੱਚੋਂ ਕੁੱਦਿਆ ਯਾਨੀ ਬਾਹਰ ਨਿਕਲਿਆ, dressed, ਕੱਪੜੇ ਪਾਏ, and ran outside to get the newspaper, ਅਤੇ ਬਾਹਰ ਭੱਜਿਆ ਗਿਆ ਅਖਬਾਰ ਲੈਣ ਲਈ। ਯਾਨੀ ਉਹਦੇ ਦਿਮਾਗ ਵਿੱਚ ਆਇਆ ਸੀ ਕਿ ਜਿਹੜੇ ਰਾਤ ਨੂੰ ਮੈਨੂੰ ਹੁਣ 135 ਮਿਲੀਅਨ ਮਿਲੇ ਹਨ, ਉਹਦੀ ਕੋਈ ਨਿਊਜ਼ ਤਾਂ ਨਹੀਂ ਅਖਬਾਰ 'ਚ ਆ ਗਈ। As I read, I lost my breath, ਕਹਿੰਦਾ ਜਿੱਦਾਂ ਹੀ ਮੈਂ ਨਿਊਜ਼ ਪੜ੍ਹੀ ਤਾਂ ਮੇਰਾ ਸਾਹ ਹੀ ਗੁੰਮ ਹੋ ਗਿਆ। A terrible fire, ਇੱਕ ਭਿਆਨਕ ਅੱਗ which had begun in a warehouse, ਜਿਹੜੀ ਕਿ ਇੱਕ ਗੋਦਾਮ ਵਿੱਚ ਸ਼ੁਰੂ ਹੋਈ ਸੀ, had half destroyed a building on the main street, ਉਸਨੇ ਮੇਨ ਸਟਰੀਟ ਦੀਆਂ ਅੱਧੀਆਂ ਬਿਲਡਿੰਗਸ ਨੂੰ ਤਬਾਹ ਕਰ ਦਿੱਤਾ ਸੀ, via San Clara, ਤੇ ਉਹ ਸਟਰੀਟ ਦਾ ਨਾਮ ਕੀ ਸੀ? via San Clara। ਸੋ ਇਟਲੀ ਦੇ ਵਿੱਚ ਸਟਰੀਟ ਨੂੰ ਕਿਹਾ ਜਾਂਦਾ ਹੈ via। The fire had destroyed the safes of a large real estate company which had more than 135 ਮਿਲੀਅਨ ਇਨ ਕੈਸ਼। ਉਸ ਅੱਗ ਨੇ ਇੱਕ ਵੱਡੀ ਐਸਟੇਟ ਕੰਪਨੀ ਦੀ ਤਿਜੋਰੀ ਨੂੰ ਅੱਗ ਲਾ ਦਿੱਤੀ ਸੀ, ਨਸ਼ਟ ਕਰ ਦਿੱਤਾ ਸੀ, ਜਿਹਦੇ ਵਿੱਚ 135 ਮਿਲੀਅਨ ਕੈਸ਼ ਪਿਆ ਹੋਇਆ ਸੀ। Two firemen were also killed while putting out the fire, putting out ਹੁੰਦਾ ਬੁਝਾਣਾ। ਦੋ ਅੱਗ ਬੁਝਾਉਣ ਵਾਲੇ ਵਿਅਕਤੀ ਵੀ ਮਾਰੇ ਗਏ ਸੀ ਅੱਗ ਨੂੰ ਬੁਝਾਉਂਦੇ ਬੁਝਾਉਂਦੇ। Now I knew where the money in my pocket came from, crimes, blood and death, ਹੁਣ ਮੈਨੂੰ ਪਤਾ ਚੱਲ ਗਿਆ ਸੀ ਕਿ ਮੇਰੀ ਪਾਕਟ ਵਿੱਚ ਮਨੀ ਕਿੱਥੋਂ ਆ ਰਹੀ ਹੈ। ਇਹ ਆ ਰਹੀ ਸੀ ਕਿਸੇ ਕ੍ਰਾਈਮ ਤੋਂ, ਲੋਕਾਂ ਦੇ ਖੂਨ ਤੋਂ, ਲੋਕਾਂ ਦੀ ਮੌਤ ਤੋਂ। ਬਟ ਆਈ ਵਾਸ ਨੋਟ ਵਿਲਿੰਗ ਟੂ ਬਲੇਮ ਮਾਈ ਸੈਲਫ ਫॉर दैट, ਪਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਲਈ ਆਪਣੇ ਆਪ ਨੂੰ ਦੋਸ਼ੀ ਪਾਉਣ ਲਈ ਬਿਲਕੁਲ ਵੀ ਰਜ਼ਾਮੰਦ ਨਹੀਂ ਸੀ। ਮੈਂ ਨਹੀਂ ਮੰਨਦਾ ਸੀ ਕਿ ਸਾਰਾ ਕੁਝ ਮੇਰੇ ਕਰਕੇ ਹੋ ਰਿਹਾ ਸੀ। ਆਈ ਕੰਟੀਨਿਊਡ ਟੇਕਿੰਗ ਆਊਟ ਮਨੀ ਫਰੋਮ ਮਾਈ ਪਾਕਟ, ਮੈਂ ਆਪਣੀ ਪਾਕਟ ਵਿੱਚੋਂ ਮਨੀ ਕੱਢਣੀ ਜਾਰੀ ਰੱਖੀ। ਇਟ ਵਾਸ ਈਜ਼ੀ, ਇਹ ਬਹੁਤ ਸੌਖਾ ਸੀ। ਆਈ ਸਲਿਪਡ ਮਾਈ ਹੈਂਡ ਇਨਟੂ ਦਾ ਪਾਕਟ, ਮੈਂ ਆਪਣੀ ਪਾਕਟ ਵਿੱਚ ਹੈਂਡ ਪਾਉਂਦਾ ਸੀ। ਐਂਡ ਮਾਈ ਫਿੰਗਰਸ ਆਲਵੇਜ਼ ਟੱਚਡ ਬੈਂਕ ਨੋਟਸ, ਤੇ ਮੇਰੀਆਂ ਫਿੰਗਰਸ ਹਰ ਵਾਰ ਬੈਂਕ ਦੇ ਨੋਟਾਂ ਨੂੰ ਜਾ ਛੂੰਦੀਆਂ ਸਨ। ਦਾ ਮਨੀ, ਦਾ ਡਿਵਾਈਨ ਮਨੀ, ਪੈਸਾ, ਰੱਬ ਵਰਗਾ ਪੈਸਾ। ਆਈ ਸੂਨ ਬੌਟ ਅ ਹਿਊਜ ਵਿਲਾ, ਮੈਂ ਛੇਤੀ ਹੀ ਇੱਕ ਵੱਡਾ ਘਰ ਖਰੀਦ ਲਿਆ। ਦੋ ਆਈ ਚੂਜ਼ ਟੂ ਲਿਵ ਇਨ ਦਾ ਓਲਡ ਹਾਊਸ, ਭਾਵੇਂ ਮੈਂ ਅਜੇ ਵੀ ਆਪਣੇ ਪੁਰਾਣੇ ਘਰ ਵਿੱਚ ਹੀ ਰਹਿਣਾ ਚੁਣਿਆ। ਬੌਟ ਪੇਂਟਿੰਗਸ, ਮੈਂ ਪੇਂਟਿੰਗਸ ਖਰੀਦੀਆਂ। ਡਰੋਵ ਅਰਾਊਂਡ ਇਨ ਬਿਗ ਆਟੋਮੋਬਾਈਲਸ, ਤਾਂ ਮੈਂ ਕਈ ਵੱਡੀਆਂ ਕਾਰਾਂ ਖਰੀਦ ਲੀਆਂ, ਉਹਦੇ ਵਿੱਚ ਇੱਧਰ ਉੱਧਰ ਘੁੰਮਿਆ। ਐਂਡ ਆਫਟਰ ਲੀਵਿੰਗ ਮਾਈ ਫਰਮ ਫॉर ਰੀਜ਼ਨਸ ਆਫ ਹੈਲਥ ਟਰੈਵਲਡ ਥਰੂ ਦ ਵਰਲਡ ਵਿਦ ਵੰਡਰਫੁਲ ਵੂਮਨ, ਤੇ ਆਪਣੀ ਸਿਹਤ ਸੰਬੰਧੀ ਬਹਾਨੇ ਲਗਾ ਕੇ ਆਪਣੀ ਨੌਕਰੀ ਨੂੰ ਛੱਡ ਕੇ ਮੈਂ ਪੂਰੀ ਦੁਨੀਆ ਵਿੱਚ ਵੰਡਰਫੁਲ ਵੂਮਨ ਨਾਲ ਘੁੰਮਿਆ। ਆਈ ਨਿਊ ਵੈਨਐਵਰ ਆਈ ਡਰੂ ਮਨੀ ਫਰੋਮ ਮਾਈ ਪਾਕਟ ਸਮਥਿੰਗ ਪੇਨਫੁਲ ਹੈਪਨਡ ਇਨ ਦ ਵਰਲਡ, ਮੈਂ ਜਾਣਦਾ ਸੀ ਕਿ ਜਦੋਂ ਵੀ ਮੈਂ ਆਪਣੀ
ਆਪਣੀ ਪਾਕਟ ਦੇ ਵਿੱਚੋਂ ਪੈਸਾ ਕੱਢਦਾ ਸੀ ਤਾਂ ਦੁਨੀਆ ਵਿੱਚ ਕੁਝ ਨਾ ਕੁਝ ਦਰਦਮਈ ਵਾਪਰਦਾ ਸੀ, ਬਟ ਸਟਿਲ ਆਈ ਕੰਟੀਨਿਊਡ, ਪਰ ਫਿਰ ਵੀ ਮੈਂ ਲਗਾਤਾਰ ਜਾਰੀ ਰੱਖਿਆ। ਐਂਡ ਦ ਟੇਲਰ, ਸੋ ਉਹਨੇ ਇੱਕ ਕੁਐਸਚਨ ਵਾਂਗੂ ਇਹ ਗੱਲ ਕੀਤੀ ਕਿ ਯਾਰ ਉਹ ਟੇਲਰ, ਆਈ ਟੈਲੀਫੋਨਡ ਹਿਮ ਟੂ ਆਸਕ ਫॉर ਦ ਬਿੱਲ ਬਟ ਨੋ ਵਨ ਆਨਸਰਡ। ਮੈਂ ਉਸ ਨੂੰ ਟੈਲੀਫੋਨ ਕੀਤਾ ਕਿ ਉਹ ਇਸ ਸੂਟ ਦਾ ਬਿੱਲ ਮੇਰੇ ਕੋਲ ਲੈ ਲਵੇ, ਬਟ ਨੋ ਵਨ ਆਨਸਰਡ, ਪਰ ਕਿਸੇ ਨੇ ਵੀ ਆਨਸਰ ਨਹੀਂ ਦਿੱਤਾ। ਇਨ ਵਾਇਆ ਫੈਰਾਰਾ ਗਲੀ ਦੇ ਵਿੱਚ, when I went to search of him, ਜਦੋਂ ਮੈਂ ਉਸ ਦੀ ਭਾਲ ਵਿੱਚ ਗਿਆ, they told me that he had gone abroad, they did not know where, ਤਾਂ ਉੱਥੇ ਮੌਜੂਦ ਕਰਮਚਾਰੀਆਂ ਨੇ ਕਿਹਾ ਕਿ ਉਹ ਤਾਂ ਵਿਦੇਸ਼ ਵਿੱਚ ਗਿਆ ਹੈ ਤੇ ਉਹਨਾਂ ਨੂੰ ਨਹੀਂ ਪਤਾ ਕਿ ਕਿਹੜੇ ਦੇਸ਼ ਵਿੱਚ। One morning in the building where I lived for many years, they found that a 60-year-old retired woman had killed herself because she had mislaid her monthly pension of 30,000 lire which she had collected a day before। ਇੱਕ ਸਵੇਰ ਜਿਹੜੀ ਉਹ ਬਿਲਡਿੰਗ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ ਸੀ, ਉਹਨੇ ਦੇਖਿਆ ਕਿ ਇੱਕ 60 ਸਾਲ ਦੀ ਬਜ਼ੁਰਗ ਜੋ ਕਿ ਰਿਟਾਇਰ ਹੋਈ ਸੀ, ਜਿਸ ਨੂੰ ਪੈਨਸ਼ਨ ਆਉਂਦੀ ਸੀ, ਉਸਨੇ ਆਪਣੇ ਆਪ ਨੂੰ ਮਾਰ ਲਿਆ ਸੀ, ਯਾਨੀ ਸੁਸਾਈਡ ਕਰ ਲਈ ਸੀ, ਕਿਉਂਕਿ ਉਸ ਕੋਲੋਂ ਉਸ ਦੀ ਮੰਥਲੀ ਪੈਨਸ਼ਨ ਦੇ 30,000 ਲੀਰੇ ਗੁੰਮ ਗਏ ਸਨ, ਜਿਹੜੇ ਕਿ ਉਸਨੇ ਇੱਕ ਦਿਨ ਪਹਿਲਾਂ ਕਲੈਕਟ ਕੀਤੀ ਸੀ। That money was with me now, ਉਹ ਪੈਸਾ ਹੁਣ ਮੇਰੇ ਕੋਲ ਸੀ। Enough, I thought, ਬਹੁਤ ਹੋ ਗਿਆ, ਮੈਂ ਸੋਚਿਆ। I had to get rid of the jacket, get rid of ਹੁੰਦਾ ਛੁਟਕਾਰਾ ਪਾਣਾ, ਮੈਨੂੰ ਹੁਣ ਇਸ ਜੈਕਟ ਤੋਂ ਛੁਟਕਾਰਾ ਪਾਣਾ ਹੀ ਪੈਣਾ ਸੀ। I decided to destroy it, ਮੈਂ ਇਸ ਨੂੰ ਨਸ਼ਟ ਕਰਨ ਦਾ ਫੈਸਲਾ ਕੀਤਾ। By car I arrived at a valley in the Alps। Alps ਇੱਕ ਜਗ੍ਹਾ ਦਾ ਨਾਮ ਹੈ ਜੋ ਕਿ ਪਹਾੜੀਆਂ ਦੇ ਨਾਲ ਘਿਰਿਆ ਹੋਇਆ, ਇਹ ਫਰਾਂਸ ਅਤੇ ਇਟਲੀ ਦੇ ਵਿਚਕਾਰ ਹੈ। ਸੋ ਕਾਰ ਦੇ ਵਿੱਚ ਐਲਪਸ ਦੀਆਂ ਵਾਦੀਆਂ ਦੇ ਵਿੱਚ ਪਹੁੰਚਿਆ। I left the car at a grassy clearing and started towards the forest। ਮੈਂ ਆਪਣੀ ਕਾਰ ਉੱਥੇ ਛੱਡਤੀ ਜਿੱਥੋਂ ਗ੍ਰਾਸ ਸ਼ੁਰੂ ਹੁੰਦਾ ਸੀ ਤੇ ਫੋਰੈਸਟ ਵੱਲ ਜਾਣਾ ਸ਼ੁਰੂ ਕੀਤਾ। Not a living soul was there, ਉੱਥੇ ਕੋਈ ਵੀ ਜਿੰਦਾ ਜਾਗਦਾ ਮਨੁੱਖ ਨਹੀਂ ਸੀ। I went beyond the forest and reached the rocky ground। ਮੈਂ ਜੰਗਲ ਤੋਂ ਵੀ ਅੱਗੇ ਚਲਾ ਗਿਆ ਤੇ ਇੱਕ ਰੋਕੀ ਗਰਾਊਂਡ ਤੇ ਇੱਕ ਪਥਰੀਲੇ ਮੈਦਾਨ ਵਿੱਚ ਜਿੱਥੇ ਚਟਾਨਾਂ ਪਈਆਂ ਹੋਈਆਂ ਸਨ, ਉੱਥੇ ਪਹੁੰਚਿਆ। Here between two huge boulders ਹੁੰਦੇ ਨੇ ਵੱਡੇ ਪੱਥਰ, ਚਟਾਨ, ਇੱਥੇ ਦੋ ਵੱਡੀਆਂ ਚਟਾਨਾਂ ਦੇ ਵਿਚਕਾਰ। I pulled the bewitched jacket from my knapsack। ਨੈਪਸੈਕ ਕਹਿੰਦੇ ਨੇ ਕੰਧਾਰੀ, ਜੋ ਸਾਡੇ ਮੋਢਿਆਂ ਤੇ ਚੜਿਆ ਹੋਵੇ, ਆਪਾਂ ਕਿਸੇ ਨੂੰ ਕੰਧਾਰੀ ਚੱਕਦੇ ਆ ਤੇ ਆਪਾਂ ਕਹਿੰਦੇ ਆ he is on my knapsack, ਠੀਕ ਹੈ। ਸੋ ਉਸਨੇ ਆਪਣੇ ਕੰਧਿਆਂ ਤੋਂ ਯਾਨੀ ਮੋਢਿਆਂ ਤੋਂ ਉਹ ਜੈਕਟ ਉਤਾਰੀ and set it on fire, ਅਤੇ ਇਸ ਨੂੰ ਅੱਗ ਲਗਾ ਦਿੱਤੀ। In a few minutes only ashes were left, ਕੁਝ ਦੇਰ ਬਾਅਦ ਸਿਰਫ ਰਾਖ ਹੀ ਬਚ ਗਈ ਸੀ। But as the flames were dying out, ਪਰ ਜਿੱਦਾਂ ਹੀ ਉਹ ਅੱਗ ਬੁਝਣ ਲੱਗੀ ਸੀ, dying out ਹੋਣ ਲੱਗੀ ਸੀ, I heard a human voice, ਮੈਂ ਇੱਕ ਮਨੁੱਖੀ ਆਵਾਜ਼ ਸੁਣੀ। It was only 2 or 3 meters away, ਜੋ ਕਿ ਮੈਨੂੰ ਲੱਗਦਾ ਸੀ ਕਿ 2 ਜਾਂ 3 ਮੀਟਰ ਦੀ ਦੂਰੀ ਤੋਂ ਆ ਰਹੀ ਹੈ। ਉਹ ਆਵਾਜ਼ ਕਿਹੜੀ ਸੀ? Too late, ਕਿ ਬਹੁਤ ਦੇਰ ਹੋ ਗਈ। It said, ਇਹ ਆਵਾਜ਼ ਆਈ। Terrified, I turned around, ਮੈਂ ਡਰੇ ਹੋਏ ਨੇ ਇੱਕਦਮ ਆਸੇ-ਪਾਸੇ ਘੁੰਮ ਕੇ ਦੇਖਿਆ। But I saw no one, ਪਰ ਮੈਂ ਕਿਸੇ ਨੂੰ ਵੀ ਉੱਥੇ ਨਹੀਂ ਦੇਖਿਆ। I jumped from one rock to another to look for the person, ਮੈਂ ਉਸ ਪਰਸਨ ਨੂੰ ਦੇਖਣ ਲਈ ਇੱਕ ਚਟਾਨ ਤੋਂ ਦੂਜੀ ਚਟਾਨ ਤੇ ਜੰਪ ਮਾਰ ਕੇ ਵੀ ਗਿਆ। Nothing, there were only rocks, ਫਿਰ ਵੀ ਮੈਨੂੰ ਉੱਥੇ ਕੁਝ ਨਹੀਂ ਮਿਲਿਆ, ਸਿਰਫ ਉੱਥੇ ਚਟਾਨਾਂ ਹੀ ਸਨ। Overcoming the fear, I went to the valley, ਆਪਣੇ ਡਰ ਨੂੰ ਕਾਬੂ ਕਰਦੇ ਹੋਏ ਮੈਂ ਉਸ ਘਾਟੀ ਵਿੱਚ ਗਿਆ। I was happy that the jacket was not with me anymore, ਮੈਂ ਖੁਸ਼ ਸੀ ਕਿ ਉਹ ਜੈਕਟ ਹੁਣ ਮੇਰੇ ਨਾਲ ਬਿਲਕੁਲ ਨਹੀਂ ਸੀ। I was free at last, ਮੈਂ ਹੁਣ ਘੱਟੋ ਘੱਟ ਫ੍ਰੀ ਸੀ and rich luckily, ਅਤੇ ਅਮੀਰ ਵੀ ਸੀ ਕਿਸਮਤ ਦੇ ਨਾਲ। But my car was not at the grassy clearing, ਪਰ ਮੇਰੀ ਕਾਰ ਉਸ grassy clearing ਤੇ ਨਹੀਂ ਸੀ। grassy clearing ਹੁੰਦਾ ਹੈ ਜੰਗਲ ਦੇ ਵਿੱਚ ਜਿਹੜੀ ਚਰਾਂਦ ਹੁੰਦੀ ਹੈ ਨਾ, ਜਿੱਥੇ ਗ੍ਰਾਸ ਹੀ ਗ੍ਰਾਸ ਹੁੰਦਾ, ਜਿਹੜਾ ਏਰੀਆ ਡੈਂਸ ਨਾ ਹੋਵੇ, ਜਿੱਥੇ ਦਰਖਤ ਨਾ ਹੋਣ, ਸਿਰਫ ਘਾਹ ਹੋਵੇ, ਉਹਨੂੰ ਆਪਾਂ ਕਹਿੰਦੇ grassy clearing। ਸੋ ਜਿੱਥੇ ਮੈਂ ਆਪਣੀ ਗੱਡੀ ਖੜੀ ਕੀਤੀ ਸੀ ਉਸ grassy clearing ਤੇ, ਉੱਥੇ ਮੇਰੀ ਕਾਰ ਨਹੀਂ ਸੀ। And after I returned to the city, ਤੇ ਜਦੋਂ ਮੈਂ ਸਿਟੀ ਵਾਪਸ ਪਰਤਿਆ, I saw my villa had disappeared, ਤਾਂ ਮੈਂ ਦੇਖਿਆ ਕਿ ਮੇਰਾ ਘਰ ਵੀ disappear ਹੋ ਗਿਆ ਹੈ, ਅਲੋਪ ਹੋ ਗਿਆ ਹੈ। In its place there was a field with a notice, municipal land for sale, ਤੇ ਉਸ ਮੈਦਾਨ ਵਿੱਚ ਇੱਕ ਨੋਟਿਸ ਲੱਗਿਆ ਹੋਇਆ ਸੀ ਜਿੱਥੇ ਲਿਖਿਆ ਹੋਇਆ ਸੀ ਕਿ ਇਹ ਮਿਊਨਿਸਪਲ ਲੈਂਡ ਹੈ
ਜੋ ਕਿ ਸੇਲ ਤੇ ਲਗਾਈ ਹੋਈ ਹੈ। There was no money left in my saving accounts। ਫਿਰ ਉਸਨੇ ਆਪਣੇ ਬੈਂਕ ਦੇ ਖਾਤੇ ਚੈੱਕ ਕੀਤੇ ਤੇ ਉਹਦੇ ਵਿੱਚ ਵੀ ਕੋਈ ਪੈਸਾ ਨਹੀਂ ਬਚਿਆ ਸੀ। And there was dust, nothing but dust in my old trunk। ਤੇ ਉੱਥੇ ਧੂੜ ਸੀ, ਕੁਝ ਵੀ ਨਹੀਂ ਸੀ, ਸਿਰਫ ਧੂੜ ਸੀ ਮੇਰੇ ਪੁਰਾਣੇ ਟਰੰਕ ਦੇ ਵਿੱਚ। I know that it's still not over। ਮੈਨੂੰ ਪਤਾ ਸੀ ਕਿ ਇਹ ਸਭ ਕੁਝ ਅਜੇ ਖਤਮ ਨਹੀਂ ਹੋਇਆ। I started working again in the same place with great difficulty। ਮੈਂ ਬੜੀ ਔਖਿਆਈ ਦੇ ਨਾਲ ਉਸ ਪੁਰਾਣੀ ਜਗ੍ਹਾ ਤੇ ਦੁਬਾਰਾ ਕੰਮ ਕਰਨਾ ਸ਼ੁਰੂ ਕੀਤਾ। I am sad and worried। ਮੈਂ ਉਦਾਸ ਹਾਂ ਅਤੇ ਚਿੰਤਿਤ ਹਾਂ, but no one takes notice of my state। state ਹੁੰਦੀ ਹੈ ਹਾਲਤ, ਪਰ ਕੋਈ ਵੀ ਮੇਰੀ ਇਸ ਹਾਲਤ ਵੱਲ ਧਿਆਨ ਨਹੀਂ ਦਿੰਦਾ। I know someday my doorbell will ring। ਉਹ ਕਹਿੰਦਾ ਮੈਂ ਜਾਣਦਾ ਹਾਂ ਕਿ ਕਿਸੇ ਨਾ ਕਿਸੇ ਦਿਨ ਮੇਰੀ ਡੋਰ ਦੀ ਬੈਲ ਜ਼ਰੂਰ ਵੱਜੇਗੀ। I'll answer it। ਤੇ ਮੈਂ ਇਸ ਦਾ ਜਵਾਬ ਵੀ ਦਵਾਂਗਾ। And find the cursed tailor before me asking for the final settling of my account। ਤੇ ਉਹ ਸ਼ਰਾਪਿਤ ਦਰਜੀ ਮੇਰੇ ਦਰਵਾਜ਼ੇ ਦੇ ਅੱਗੇ ਖੜਾ ਹੋਏਗਾ ਤੇ ਮੈਨੂੰ ਮੇਰੇ ਲੇਖੇ ਜੋਖੇ ਦਾ ਫਾਈਨਲ ਹਿਸਾਬ ਕਿਤਾਬ ਕਰਨ ਲਈ ਕਹਿ ਰਿਹਾ ਹੋਵੇਗਾ। ਭਾਵ ਉਹ ਆ ਕੇ ਪੈਸੇ ਮੰਗੇਗਾ ਕਿ ਜਿਹੜਾ ਮੈਂ ਤੈਨੂੰ ਸੂਟ ਸੀ ਕੇ ਦਿੱਤਾ ਸੀ ਉਹਦੇ ਪੈਸੇ ਦੇ। ਕਹਿੰਦਾ ਉਸ ਜਗ੍ਹਾ ਤੇ ਜਾ ਕੇ ਫਿਰ ਇਹ ਸਭ ਕੁਝ ਖਤਮ ਹੋਏਗਾ। ਮੈਨੂੰ ਪਤਾ ਹੈ ਕਿ ਹਜੇ ਇਹ ਸਾਰੀਆਂ ਚੀਜ਼ਾਂ ਖਤਮ ਨਹੀਂ ਹੋਈਆਂ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੰਨੇ ਪੈਸੇ ਤੇ ਕਿੰਨਾ ਬਿੱਲ ਇਸ ਸੂਟ ਦਾ ਮੰਗ ਲਵੇ ਜਿਹੜਾ ਮੈਨੂੰ ਦੇਣਾ ਹੀ ਪਵੇਗਾ। ਸੋ ਇਹ ਸੀ ਸਟੋਰੀ ਦ ਬਵਿਚਡ ਜੈਕਟ, ਜਿਹਦੇ ਵਿੱਚ ਅਸੀਂ ਦੇਖਿਆ ਕਿ ਲੇਖਕ ਗਿਲਟੀ ਫੀਲ ਕਰਨ ਲੱਗ ਜਾਂਦਾ ਹੈ ਕਿ ਜੋ ਦੁਰਘਟਨਾਵਾਂ ਉਹਦੇ ਆਸ-ਪਾਸ ਵਾਪਰਦੀਆਂ ਹਨ ਤੇ ਜੋ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਹਦਾ ਜ਼ਿੰਮੇਵਾਰ ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦਾ ਹੈ ਤੇ ਉਸ ਨੂੰ ਲੱਗਦਾ ਹੈ ਕਿ ਜੋ ਉੱਥੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਤੇ ਜੇ ਉਹਦੇ ਪੈਸੇ ਉਹਨੂੰ ਮਿਲ ਰਹੇ ਹਨ ਤਾਂ ਕਿਤੇ ਨਾ ਕਿਤੇ ਉਹ ਆਪ ਵੀ ਇਸ ਸਾਰੇ ਹੋਣ ਵਾਲੇ ਕਾਰੇ ਦੇ ਵਿੱਚ ਇਨਵੋਲਵ ਹੈ, ਸ਼ਾਮਿਲ ਹੈ। ਸੋ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਸੀ ਤੇ ਫਾਈਨਲੀ ਜਦੋਂ ਉਸਨੇ ਦੇਖਿਆ ਕਿ ਉਸੇ ਦੀ ਹੀ ਗਲੀ ਵਿੱਚ ਰਹਿ ਰਹੀ ਇੱਕ ਬਜ਼ੁਰਗ ਲੇਡੀ ਜਿਸ ਨੇ ਕਿ ਖੁਦਕੁਸ਼ੀ ਕਰ ਲਈ ਸੀ ਆਪਣੇ ਉਹ 30,000 ਲੀਰੇ ਗੁੰਮਣ ਤੋਂ ਬਾਅਦ, ਤਾਂ ਉਹ ਉਸ ਚੀਜ਼ ਨੂੰ ਨਾ ਸਹਾਰਦੇ ਹੋਏ ਆਪਣੀ ਜੈਕਟ ਨੂੰ ਇੱਕ ਇਕਾਂਤ ਜਗ੍ਹਾ ਤੇ ਜਾ ਕੇ ਅੱਗ ਲਾ ਦਿੰਦਾ ਹੈ। ਪਰ ਉਹ ਜੈਕਟ ਦੇ ਨਸ਼ਟ ਹੋਣ ਤੋਂ ਬਾਅਦ ਉਹ ਜੈਕਟ ਤੋਂ ਮਿਲੀਆਂ ਸਾਰੀਆਂ ਚੀਜ਼ਾਂ ਹੀ ਨਸ਼ਟ ਹੋ ਜਾਂਦੀਆਂ ਹਨ ਤੇ ਦੁਬਾਰਾ ਉਹ ਉਸੇ ਪੋਜੀਸ਼ਨ ਤੇ ਆ ਜਾਂਦਾ ਹੈ ਤੇ ਆਪਣੀ ਜੌਬ ਸ਼ੁਰੂ ਕਰ ਲੈਂਦਾ ਹੈ। ਪਰ ਉਸ ਨੂੰ ਹਜੇ ਵੀ ਦਿਮਾਗ 'ਚ ਇਹ ਹੁੰਦਾ ਹੈ ਕਿ ਕਿਸੇ ਨਾ ਕਿਸੇ ਦਿਨ ਉਹ ਦਰਜੀ ਉਹਦੇ ਕੋਲ ਜ਼ਰੂਰ ਆਏਗਾ ਤੇ ਉਹਦੇ ਕੋਲ ਆਪਣੇ ਸੂਟ ਦੇ ਪੈਸੇ ਜ਼ਰੂਰ ਮੰਗੇਗਾ, ਕਿਉਂਕਿ ਉਹ ਦਰਜੀ ਇੱਕ ਜਾਦੂਗਰ ਸੀ। ਇਸ ਕਰਕੇ ਉਸ ਨੂੰ ਡਰ ਸੀ ਕਿ ਹਜੇ ਫਾਈਨਲ ਸੈਟਲਮੈਂਟ ਉਹ ਕਰੇਗਾ ਆ ਕੇ ਤੇ ਪਤਾ ਨਹੀਂ ਕੀ ਕਰਦਾ ਹੈ। ਸੋ ਉਮੀਦ ਹੈ ਬੜੀ ਇੰਟਰਸਟਿੰਗ ਸਟੋਰੀ ਤੁਹਾਨੂੰ ਵੀ ਜ਼ਰੂਰ ਪਸੰਦ ਆਈ ਹੋਏਗੀ। ਸੋ ਇਹਦੇ ਕੁਐਸਚਨ ਆਨਸਰ ਕਰਾਂਗੇ ਅਗਲੀ ਵੀਡੀਓ ਵਿੱਚ। ਥੈਂਕ ਯੂ ਵੈਰੀ ਮਚ।